ਇਸ ਦਾ ਮਾਤਾ ਦੇ ਗਰਭ ਵਿੱਚ ਹੀ ਵਾਸਾ ਹੈ। ਰਚੰਤ ਜੀ ਰਚਨਾ ਮਾਤ ਗਰਭ ਸਥਾਪਨੰ, ਸਾਸ ਸਾਸ ਸਿਮਰੰਤ ਨਾਨਕ ਮਹਾ ਅਗਣਨਾ ਵਿਨਾਸ਼ਨੰ। ਗੁਰਬਾਣੀ ਜੀਵਨ ਦੀ ਸ਼ੁਰੂਆਤ ਜਨਮ ਤੋਂ ਨਹੀਂ ਬਲਕਿ ਉਸ ਵਕਤ ਤੋਂ ਮੰਨਦੀ ਹੈ ਜਦੋਂ ਇਸ ਦਾ ਵਾਸਾ ਹੁੰਦਾ ਹੈ ਮਾਤਾ ਦੇ ਗਰਭ ਦੇ ਵਿੱਚ। ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕਹਿ ਮਨ ਬਹੁਤ ਵਿਗਾਸ। ਹਾਏ ਉਮਰਾ ਰੂਪੀ ਰਾਤ ਦਾ ਪਹਿਲਾ ਹਿੱਸਾ ਜਾਂ ਪਹਿਲਾ ਪਹਿਰ ਹੈ। ਫਿਰ ਦੂਸਰਾ ਪਹਿਰ ਜਦੋਂ ਜਨਮ ਹੋ ਜਾਂਦਾ ਹੈ, ਟੁੱਟ ਜਾਂਦਾ ਹੈ ਧਿਆਨ, ਟੁੱਟ ਜਾਂਦੀ ਹੈ ਲਿਵ ਜਿਹੜੀ ਉਸ ਵਕਤ ਤੇਲ ਧਾਰਾਵਤ ਜੁੜੀ ਸੀ ਉਸ ਪਰਮਾਤਮਾ ਦੇ ਨਾਮ ਦੇ ਨਾਲ। ਜਦੋਂ ਜੇ ਪਹਿਲੀ ਸਟੇਜ 'ਤੇ ਸੀ ਉਹ ਧਿਆਨ ਲਿਵ ਛੁੜਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਜਨਮ ਲੈਂਦਿਆਂ ਸਾਰ ਟੁੱਟ ਜਾਂਦਾ ਹੈ। ਫਿਰ ਤੀਸਰਾ ਉਮਰ ਦਾ ਪਹਿਰ ਜਦੋਂ ਇਹ ਵਿਕਾਰਾਂ ਵਿੱਚ ਰਸਿਆ ਜਾਂਦਾ ਹੈ, ਜਦੋਂ ਨਿਸੰਗ ਹੋ ਕੇ ਸਦਾਚਾਰ ਧਰਮ ਦੇ ਸਾਰੇ ਅਸੂਲ ਛਿੱਕੇ ਉੱਪਰ ਟੰਗ ਦਿੰਦਾ ਹੈ। ਜਵਾਨੀ ਦਾ ਸਮਾਂ, ਫਿਰ ਅੱਗੇ ਬੁਢੇਪਾ। ਜਿਸ ਤਰ੍ਹਾਂ ਜ਼ਿਮੀਂਦਾਰ ਆਪਣੇ ਖੇਤ ਦੇ ਵਿੱਚ ਫਸਲ ਬੀਜਦਾ ਹੈ, ਪਹਿਲਾਂ ਪੁੰਗਰਦੀ ਹੈ, ਨਿਸਰ ਜਾਂਦੀ ਹੈ, ਉਹਦੇ 'ਚ ਦਾਣੇ ਪੈ ਜਾਂਦੇ ਨੇ, ਫਿਰ ਪੱਕ ਜਾਂਦੀ ਹੈ। ਪੱਕਣ ਤੋਂ ਬਾਅਦ ਤੇ ਜ਼ਿਮੀਂਦਾਰ ਨੇ ਉਸਨੂੰ ਵੱਢਣਾ ਹੀ ਹੁੰਦਾ ਹੈ। ਇਸੇ ਤਰ੍ਹਾਂ ਉਮਰਾ ਰੂਪੀ ਰਾਤ ਦਾ ਚੌਥਾ ਪਹਿਰ ਬੁਢੇਪਾ। ਇਸ ਬੁਢੇਪੇ ਤੋਂ ਬਾਅਦ ਸਰੀਰ ਦੀ ਹੋਰ ਕੋਈ ਸਟੇਜ ਨਹੀਂ। ਖੈਰ, ਕਹਿਣ ਤੋਂ ਭਾਵ ਇੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਮਰਾ ਰੂਪੀ ਰਾਤ ਦੇ 4 ਪਹਿਰ ਬਿਆਨ ਕੀਤੇ ਨੇ। ਆਪਾਂ ਬਹੁਤ ਸੰਖੇਪ ਦੇ ਵਿੱਚ ਹੀ ਵਿਚਾਰ ਕੀਤੀ ਹੈ। ਕਿਸੇ ਜਗ੍ਹਾ 10 ਸਟੇਜਸ ਵੀ ਬਿਆਨ ਕੀਤੀਆਂ ਨੇ। 10 ਬਾਲਤਨ 20 ਰਾਵਣ 30 ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪਗ ਖਿਸੈ, 60 ਕੇ ਬੁਢੇਪਾ ਆਵੈ, 17 ਕਾ ਮਤਹੀਣ 80 ਕਾ ਵਿਵਹਾਰ ਨ ਪਾਵੈ, 90 ਕਾ ਸਹਿਜ ਆਸਣੀ ਮੂਲ ਨ ਜਾਣੈ ਆਪ ਬਲ, ਢੰਡੋਲ ਮੈਂ ਢੂੰਡ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ। ਸਰੀਰ ਦੀਆਂ 10 ਸਟੇਜਸ 10 ਅਵਸਥਾ। ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਬੇਵ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸੰਜ ਕੀਆ ਘਰਵਾਸ, 8ਵੇਂ ਕ੍ਰੋਧ ਹੋਆ ਤਨਦਾਸ, 9ਵੇਂ ਧੌਲੀ ਉਭੇ ਸਾਹ, 10ਵੇਂ ਦੱਦਾ ਹੋਆ ਸੁਆਹ। ਇਹ ਸਰੀਰ ਦੀਆਂ 10 ਸਟੇਜਸ 10 ਅਵਸਥਾ ਬਿਆਨ ਕੀਤੀਆਂ ਨੇ ਸਤਿਗੁਰੂ ਜੀ ਨੇ। ਖੈਰ, ਧਿਆਨ ਦਿਓ, ਮੋਟੇ ਤੌਰ 'ਤੇ ਆਪਾਂ ਸਰੀਰ ਦੀਆਂ 3 ਸਟੇਜਸ 3 ਅਵਸਥਾ ਹੀ ਸੁਣਦੇ ਹਾਂ ਜਾਂ ਬਿਆਨ ਕਰਦੇ ਹਾਂ। ਬਚਪਨ ਤੋਂ ਬਾਅਦ ਜਵਾਨੀ, ਜਵਾਨੀ ਤੋਂ ਬਾਅਦ ਬੁਢੇਪਾ। ਹਾਂ, ਚੰਨਾ ਦੱਸ ਰਿਹਾ ਸਰਕਾਰ, ਸਰੀਰ ਦੀਆਂ 3 ਸਟੇਜਸ 3 ਅਵਸਥਾ ਹੁੰਦੀਆਂ ਹਨ, ਬਚਪਨ, ਜਵਾਨੀ ਔਰ ਬੁਢੇਪਾ। ਅਵੇਸਲੇਪਣ ਦੇ ਵਿੱਚ ਬਚਪਨ ਗੁਜ਼ਰ ਜਾਂਦਾ ਹੈ। ਇਸੇ ਤਰ੍ਹਾਂ ਅਸਮਾਨ ਵਿੱਚ ਉੱਡੇ ਜਾਂਦੇ ਪੰਛੀ ਦੀ ਛਾਂ ਵਾਂਗ ਜਵਾਨੀ ਲੰਘ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ ਜਦੋਂ ਸਰੀਰ ਦਾ ਬਲ ਖੀਣ ਹੋ ਜਾਂਦਾ ਹੈ। ਇਹ ਬੁਢੇਪੇ ਦੀ ਅਵਸਥਾ ਵਿੱਚ ਹੈ। ਇਸ ਦੇ ਸਰੀਰ ਦਾ ਬਲ ਵੀ ਖੀਣ ਹੈ, ਬਹੁਤ ਕਮਜ਼ੋਰ ਹੋ ਚੁੱਕਾ ਹੈ, ਸੜਕ ਪਾਰ ਕਰ ਰਿਹਾ ਹੌਲੀ ਹੌਲੀ, ਇੱਕ ਇੱਕ ਕਰਮ ਦੇ ਨਾਲ ਕਈ ਕਈ ਡਿੱਕ ਡੋਲੇ ਖਾ ਰਿਹਾ ਹੈ, ਕਮਰ ਵਿੱਚ ਕੁੱਬ ਪਿਆ ਹੈ, ਲਾਠੀ ਦੇ ਸੋਟੀ ਦੇ ਆਸਰੇ ਆਹਿਸਤਾ ਆਹਿਸਤਾ ਸੜਕ ਤੋਂ ਪਾਰ ਹੋ ਜਾਏਗਾ, ਫਿਰ ਮੈਂ ਬੱਗੀ ਅੱਗੇ ਤੋਰ ਦਿਆਂਗਾ। ਸਾਧ ਸੰਗਤ ਸਾਹਿਬਜ਼ਾਦਾ ਸਿਧਾਰਥ ਸੋਚਦਾ ਹੈ ਵੀ ਦੇਖਿਆ ਤਾਂ ਸਹੀ ਕਿਹੋ ਜਿਹਾ ਹੁੰਦਾ ਬੁੱਢਾ।
ਬੱਗੀ ਚੋਂ ਉਤਰਿਆ, ਉਸ ਬੁੱਢੇ ਦੇ ਪਾਸ ਚਲਿਆ ਗਿਆ ਜਿਸ ਦੀ ਦਸ਼ਾ, ਜਿਸ ਦੀ ਸਰੀਰ ਦੀ ਅਵਸਥਾ ਕੈਸੀ ਹੈ। ਜਿਸ ਤਰ੍ਹਾਂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਿਆਨ ਕਰਦੇ ਨੇ, ਸਿਰ ਕੰਪਿਓ ਪਗ ਡਗਮਗੈ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਦ ਭਈ, ਤਉ ਨਾ ਹਰ ਰਸ ਲੈ। ਸਿਰ ਕੰਪਿਓ ਪਗ ਡਗਮਗੈ, ਸਿਰ ਕੰਪਿਓ ਪਗ ਡਗਮਗੈ, ਸਿਰ ਕੰਪਿਓ ਪਗ ਡਗਮਗੈ, ਸਿਰ ਕੰਪਿਓ ਪਗ ਡਗਮਗੈ, ਮਨ ਜੋਤ ਲੀਨ, ਸਿਰ ਕੰਪਿਓ ਪਗ, ਹਮ ਸਿਰ ਕੰਪਿਓ ਪਗ ਡਗਮਗੈ, ਸਿਰ ਕੰਪਿਓ ਪਗ ਡਗਮਗੈ, ਸਿਰ ਕੰਪਿਓ ਪਗ ਡਗਮਗੈ। ਮਨ ਜੋਤ ਤੇ ਹੀਨ, ਸਿਰ ਕੰਪਿਓ ਪਗ, ਹਾਂ ਸਿਰ ਕੰਪਿਓ ਪਗ ਡਗਮਗੈ, ਭੂੰਡੀ ਚਾਲ ਚਰਨ ਕਰ ਖਿਸਰੇ, ਚਾਲ ਭੱਦੀ ਪੈ ਜਾਂਦੀ ਹੈ, ਹੱਥ ਕੰਬਦੇ ਨੇ, ਪੈਰ ਥਿੜਕਦੇ ਹਨ, ਚਿਹਰੇ ਦੀ ਜਿਹੜੀ ਚਮੜੀ ਹੈ ਨਾ ਉਹਦੇ 'ਚ ਝੁਰੜੀਆਂ ਪੈ ਜਾਂਦੀਆਂ ਨੇ, ਆਪਾਂ ਬੁਢੇਪੇ ਵਿੱਚ ਦੇਖਦੇ ਹੀ ਆ ਨਾ। ਹਾਂ ਭੂੰਡੀ ਚਾਲ ਚਰਨ ਕਰ ਖਿਸਰੇ, ਤੁਚਾ ਦੇ ਕੁਮਲਾਨੀ, ਨੇਤਰੀ ਧੁੰਦ ਕਰਨ ਭਏ ਬਹਿਰੇ, ਮਨਮੁਖ ਨਾਮ ਨਾ ਜਾਣੇ। ਅੱਖਾਂ ਧੁੰਦਲੀਆਂ ਹੋ ਜਾਂਦੀਆਂ ਨੇ, ਕੰਨਾਂ ਤੋਂ ਉੱਚਾ ਸੁਣਨਾ ਸ਼ੁਰੂ ਹੋ ਜਾਂਦਾ ਹੈ। ਉਹ ਸਾਧ ਸੰਗ ਤੇ ਬੁਢੇਪਾ ਹੈ, ਥਰ ਹਰ ਕੰਪੈ ਬਾਲਾ ਜੀਓ, ਜਿਸ ਤੋਂ ਹਰ ਕੋਈ ਡਰਦਾ ਹੈ। ਭਗਤ ਫਰੀਰ ਜੀ, ਭਗਤ ਕਬੀਰ ਜੀ ਜੈਸੇ ਮਹਾਂਪੁਰਖ, ਹਾਲਾਂਕਿ ਗੁਰਮੁਖ ਬੁੱਢੇ ਕਦੇ ਨਾਹੀ ਦੇ ਮਹਾਵਾਕ ਅਨੁਸਾਰ, ਉਹ ਕਦੇ ਬੁੱਢੇ ਨਹੀਂ ਹੁੰਦੇ। ਬੁੱਢਾ ਤਾਂ ਸਰੀਰ ਹੁੰਦਾ ਹੈ, ਉਹਨਾਂ ਨੂੰ ਤਾਂ ਆਪਣੇ ਸਵੈ ਸਰੂਪ ਦਾ ਬੋਧ ਹੋਇਆ ਕਰਦਾ ਹੈ, ਉਹ ਤਾਂ ਆਪਣੇ ਆਪ ਨੂੰ ਆਪਣਾ ਨਿਜਾਤਮਾ ਹੀ ਜਾਣਦੇ ਹਨ। ਆਤਮਾ ਉਹਦੇ 'ਚ ਨਾ ਬਚਪਨ, ਨਾ ਜਵਾਨੀ, ਨਾ ਬੁਢੇਪਾ, ਉਹ ਤਾਂ ਇੱਕ ਰਸ ਹੈ। ਪਰ ਫਿਰ ਵੀ ਉਹ ਜਗਿਆਸੂਆਂ ਨੂੰ ਇੱਕ ਨਸੀਹਤ ਦਿੰਦੇ ਹਨ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣਾ ਕਿਆ ਕਰਸੀ ਪੀਓ, ਰਹਿਣ ਗਈ ਮੈਂ ਤੇ ਦਿਨ ਭੀ ਜਾਏ, ਭਵਰ ਗਏ ਬਗ ਬੈਠੇ ਆਏ। ਭਵਰ ਕਾਲੇ ਵਾਲ, ਭਾਵ ਜਵਾਨੀ ਦਾ ਸਮਾਂ ਲੰਘ ਗਿਆ, ਹੁਣ ਬਗ ਬੈਠੇ ਆਏ। ਬਗ ਸਫੈਦ ਨੂੰ ਜਾਂ ਚਿੱਟੇ ਨੂੰ ਕਿਹਾ ਜਾਂਦਾ ਹੈ। ਵਾਲਾਂ ਦਾ ਰੰਗ ਵੀ ਸਫੈਦ ਹੋ ਗਿਆ ਹੁਣ, ਤੇ ਅਜੇ ਤੱਕ ਵੀ ਤੈਂ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਆਪਣੀ ਵੱਲੋਂ ਕੋਈ ਯਤਨ ਆਰੰਭ ਨਹੀਂ ਕੀਤਾ। ਗਾਚੇ ਕਰਵੇ ਰਹਿ ਨਾ ਪਾਣੀ, ਹੰਸ ਚਲਿਆ ਕਾਇਆ ਕੁਮਲਾਨੀ, ਕੁਆਰ ਕੰਨਿਆਂ ਜੈਸੇ ਕਰਤ ਸਿੰਗਾਰਾ, ਕਿਉਂ ਰਲੀਆਂ ਮਾਨੇ ਬਾਝ ਪਤਾਰਾ, ਕਾਗ ਉਡਾਵਤ ਪੁਜਾ ਪਿਰਾਨੀ, ਕਹਿ ਕਬੀਰ ਇਹ ਕਥਾ ਸਿਰਾਨੀ। ਕਾਲ ਗਏ ਨੇ ਤੌਲਿਆਂ ਦੀ ਵਾਰੀ ਆ ਗਈ ਹੈ, ਦੇਵੀ ਨਾਮ ਜਪਦਾ। ਕਾਲ ਗਏ ਨੇ ਤੌਲਿਆਂ ਦੀ ਵਾਰੀ ਆ ਗਈ, ਦੇਵੀ ਨਾਮ ਜਪਦਾ।
ਕਾਲੇ ਗਏ ਨੇ ਦੌੜਿਆਂ ਦੀ ਵਾਰੀ ਆ ਗਈ, ਹਾਂ ਦੌੜਿਆਂ ਦੀ ਵਾਰੀ ਆ ਗਈ। ਅਜੇ ਵੀ ਨੀ ਨਾਮ ਜਪਦਾ, ਕਾਲੇ ਗਏ ਨੇ ਦੌੜਿਆਂ ਦੀ ਵਾਰੀ ਆ ਗਈ। ਅਜੇ ਵੀ ਨੀ ਨਾਮ ਜਪਦਾ। ਬੰਦਗੀ ਕਰਨ ਵਾਸਤੇ ਸਾਰਿਆਂ ਤੋਂ ਜਿਹੜਾ ਸ੍ਰੇਸ਼ਟ ਸਮਾਂ ਉਹ ਤੇ ਸਿਆਣੇ ਪੁਰਸ਼ਾਂ ਨੇ ਜਵਾਨੀ ਦਾ ਹੀ ਮੰਨਿਆ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਈ। ਜਦੋਂ ਬੰਦਗੀ ਨਹੀਂ ਕੀਤੀ ਉਦੋਂ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ, ਜਦੋਂ ਵਾਲ ਕਾਲੇ ਸਨ। ਪਰ ਜਦੋਂ ਧੌਲੇ ਆ ਜਾਣਗੇ ਫਿਰ ਤੇ ਕੋਈ ਵਿਰਲਾ ਹੀ ਰਹਿ ਜਾਵੇਗਾ ਬੰਦਗੀ ਕਰਨ ਵਾਲਾ। ਨਹੀਂ ਤੇ ਉਦੋਂ ਤੱਕ ਬਲ ਹੀ ਨਹੀਂ ਰਹਿੰਦਾ, ਸਰੀਰ ਦੇ ਵਿੱਚ ਉਦਮ ਹੀ ਨਹੀਂ ਰਹਿੰਦਾ। ਇਸ ਕਰਕੇ ਇਹ ਇਨਸਾਨ ਕਰ ਸਾਈਂ ਸਿਉ ਪਿਰਹੜੀ ਰੰਗ ਨਵੇਲਾ ਹੋਏ, ਵੀ ਉਦੋਂ ਰੱਬ ਦੀ ਬੰਦਗੀ ਕਰ, ਉਦੋਂ ਕਰ ਤਪੱਸਿਆ, ਉਦੋਂ ਕਰ ਸਾਧਨਾ, ਉਦੋਂ ਕਰ ਸੇਵਾ। ਜਦੋਂ ਜਵਾਨੀ ਦਾ ਸਮਾਂ, ਸਰੀਰ ਵਿੱਚ ਬਲ ਹੈ, ਸਰੀਰ ਵਿੱਚ ਉਦਮ ਹੈ, ਉਤਸ਼ਾਹ ਹੈ। ਔਰ ਜਦੋਂ ਬੁਢੇਪਾ ਆ ਗਿਆ ਫਿਰ ਨਾ ਅੰਮ੍ਰਿਤ ਵੇਲੇ ਜਾਗਣ ਦਾ ਉਤਸ਼ਾਹ ਰਹੇ, ਨਾ ਇਸ਼ਨਾਨ ਕਰਨ ਵਾਸਤੇ ਉਦਮ ਰਹੇ, ਨਾ ਸੇਵਾ ਕਰਨ ਵਾਸਤੇ ਸਰੀਰ ਵਿੱਚ ਬਲ ਹੀ ਰਹੇ। ਇਸ ਕਰਕੇ ਰੱਬ ਦੀ ਬੰਦਗੀ ਵਿੱਚ ਜੁੜਨ ਵਾਸਤੇ ਸਾਰਿਆਂ ਤੋਂ ਸ੍ਰੇਸ਼ਟ ਸਮਾਂ ਹੈ ਜਵਾਨੀ ਦੀ ਅਵਸਥਾ। ਫਰੀਦਾ ਉਮਰ ਸੁਹਾਵੜੀ ਸੰਗ ਸੁਵੰਦੜੀ ਦੇ। ਪਰ ਫਰੀਰ ਜੀ ਕਥਨ ਕਰਦੇ ਨੇ ਵੀ ਬੜੀ ਅਸਚਰਜ ਗੱਲ ਹੈ, ਜਦੋਂ ਜਵਾਨੀ ਦਾ ਸਮਾਂ ਹੁੰਦਾ ਹੈ ਉਦੋਂ ਵਿਰਲੇ ਹੀ ਦੇਖਣ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਸ਼ੌਕ ਹੋਵੇ ਬੰਦਗੀ ਦਾ ਜਾਂ ਸੇਵਾ ਦਾ। ਫਰੀਦਾ ਉਮਰ ਸੁਹਾਵੜੀ ਸੰਗ ਸੁਵੰਦੜੀ ਦੇ, ਵਿਰਲੇ ਕੇਈ ਪਾਈਨ ਜਿਨ੍ਹਾਂ ਪਿਆਰੇ ਨੇ। ਹਾਂ ਧਿਆਨ ਦਿਓ, ਸਰੀਰ ਦੀਆਂ 3 ਸਟੇਜਿਸ, 3 ਅਵਸਥਾ। ਸਾਹਿਬਜ਼ਾਦਾ ਸਿਧਾਰਥ ਜਦੋਂ ਬੁੱਢੇ ਦੀ ਗੱਲ ਸੁਣਦਾ ਹੈ ਨਾ, ਦੇਖਦਾ ਜਾ ਕੇ ਬੁੱਢੇ ਦੀ ਸ਼ਕਲ, ਉਸ ਦੀ ਜਿਹੜੀ ਸਰੀਰ ਦੀ ਹਾਲਤ, ਹੱਥ ਵਿੱਚ ਟੰਗੋਰੀ ਪਕੜੀ ਹੈ, ਕਮਰ ਵਿੱਚ ਕੁੱਭ ਪਿਆ, ਕਮਰ ਕਮਾਨ ਵਾਂਗ ਝੁਕੀ ਹੈ, ਇੱਕ ਇੱਕ ਕਦਮ ਦੇ ਨਾਲ ਕਈ ਡਿੱਗ ਡੋਲੇ ਖਾ ਰਿਹਾ, ਅੱਖਾਂ 'ਚੋਂ ਵੀ ਪਾਣੀ ਵਗ ਰਿਹਾ, ਮੂੰਹ 'ਚੋਂ ਲਾਲਾਂ ਡਿੱਗ ਰਹੀਆਂ ਨੇ, ਹੱਥ ਕੰਬ ਰਹੇ ਨੇ, ਪੈਰ ਛਿੜਕ ਰਹੇ ਹਨ, ਵਾਲਾਂ ਦਾ ਰੰਗ ਸਫੈਦ ਹੋ ਗਿਆ ਹੈ। ਕੱਕਾ ਕੇਸ ਕੁੰਡਰ ਜਬ ਹੁਏ, ਵਿਣ ਸਾਬੂਨੇ ਉਜਲਿਆ, ਜਮ ਰਾਜੇ ਕੇ ਹੀਰੂ ਆਏ, ਮਾਇਆ ਕੈ ਸੰਗਲ ਬੰਦ ਲਿਆ। ਉਹ ਸਾਧ ਸੰਗਤ ਹੈਰਾਨ ਹੋਈ ਜਾ ਰਹੀ ਹੈ ਉਸ ਬੁੱਢੇ ਵੱਲ ਦੇਖ ਕੇ। ਫਿਰ ਹੌਲੀ ਹੌਲੀ ਬੁੱਢੇ ਨੇ ਸੜਕ ਪਾਰ ਕਰ ਲਈ। ਸਾਹਿਬਜ਼ਾਦਾ ਸਿਧਾਰਥ ਆ ਕੇ ਬੱਗੀ ਵਿੱਚ ਬੈਠ ਗਿਆ। ਚੰਨਾ ਨੇ ਬੱਗੀ ਤੋਰ ਦਿੱਤੀ। ਹੁਣ ਸਾਹਿਬਜ਼ਾਦਾ ਸਿਧਾਰਥ ਪੁੱਛਦਾ, ਚੰਨਾ ਇਹ ਪਰਜਾ ਦੇ ਲੋਕੀ ਇਸ ਤਰ੍ਹਾਂ ਦੇ ਵੀ ਹੁੰਦੇ ਨੇ? ਉਹਨਾਂ ਨੂੰ ਬੁਢੇਪਾ ਵੀ ਆ ਜਾਂਦਾ ਹੈ? ਇਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਸੀ ਕਿ ਬੁਢੇਪਾ ਕਿਸ ਨੂੰ ਕਿਹਾ ਜਾਂਦਾ ਹੈ, ਬੁਢੇਪਾ ਕਿਹਨੂੰ ਆਉਂਦਾ ਹੈ। ਪਹਿਲੀ ਵਾਰ ਉਹ ਬੁੱਢਾ ਦੇਖਿਆ। ਚੰਨਾ ਕਹਿਣ ਲੱਗਾ, ਸਰਕਾਰ ਇਹ ਪਰਜਾ ਦੇ ਬੰਦਿਆਂ ਨੂੰ ਹੀ ਨਹੀਂ ਬਲਕਿ ਸਾਰਿਆਂ ਨੂੰ ਹੀ ਆਉਂਦਾ ਹੈ, ਭਾਵੇਂ ਕੋਈ ਗਰੀਬ ਹੈ, ਕੋਈ ਅਮੀਰ ਹੈ, ਭਾਵੇਂ ਕੋਈ ਕੰਗਾਲ ਹੈ, ਭਾਵੇਂ ਕੋਈ ਪਾਤਸ਼ਾਹ ਹੈ। ਬੁਢੇਪਾ ਹਰ ਕਿਸੇ ਨੂੰ ਆਉਣਾ ਹੈ। ਪਹਿਲਾਂ ਬਚਪਨ, ਬਚਪਨ ਤੋਂ ਬਾਅਦ ਜਵਾਨੀ, ਜਵਾਨੀ ਤੋਂ ਬਾਅਦ ਬੁਢੇਪਾ।
हैरान हो के कहने लगा, चन्ना एक दिन मैं भी बुढ़ा हो जावांगा, मेरी दशा भी ऐसी हो जाएगी, यशोधरा भी बुढ़ी हो जाएगी। सरकार ये कानूनी कुदरत है जिहड़ा सारियां वास्ते समान ही है। ये गल सुन के बड़ा हैरान हुंदा है। फिर लाण तां इहो जी काया, इहो जी सुंदरता नूं, जिहदा अखीर यह असर होना है। तो खैर चन्ना ने फिर बग्घी तोड़ दी। लोकी फिर उस तरह खब्बे सज्जे खड़े ने, इसका अभिनंदन कर रहे ने, इसनूं जीओ आया कह रहे हैं। ये भी सारिਆਂ ਦਾ अभिनंदन स्वीकार कर रहा है। पर अगे थोड़ी दूर ते जाके चंदा ने दोबारा फिर बग्घी रोक दी। चंदा हुण बग्घी क्यों रोक दी है? कहन लगा, सरकार अगे सड़क के उपर कोई बीमार बंदा पिया है, उसके शरीर नूं या उसके शरीर के किसी हिस्से विच दर्द है, वो करा रहा है, मदद वास्ते पुकार रहा है। मैं देख रहा लोकी आ रहे ने उसकी सहायता करने वास्ते। कोई वैद आ रही है, उसनूं कोई दवाई कोई औषधि देने वास्ते सड़क ते भीड़ इकट्ठी हो गई है। जदों अगे सड़क खाली होवेगी मैं बग्घी अगे तोड़ देंगा, किते ऐसा ना होवे मैं जल्दबाजी करा कोई परजा दा बंदा बग्घी हेठ कुचलिया जावे। साध संगत सहजादा सिद्धार्थ गल सुन के फिर हैरान हुंदा है। चन्ना बीमार किसनूं कहा जाता है? फिर जिस तरह की यदि अपनी समझ सी, ये कहन लग्या, सरकार वैदिक नुकते तो शरीर के 3 तत्त मन्ने गए ने। जिन्नी देर ते इन्हां दा आपस दे विच बैलेंस रहिंदा है, वाई कफ और पित्ता, उन्नी देर शरीर अरोग रहिंदा है। और जे इन्हां विचों किसी तत्त की ज़ियादती हो जाए या किसी विच घाट आ जाए, फिर शरीर नूं कोई रोग कोई बीमारी चंबड़ जाती है। साध संगत उस बीमार बंदे नूं देखण वास्ते सहजादा सिद्धार्थ फिर बग्घी चों उतरदा है, चला जाता है उस बीमार बंदे के पास जिहड़ा लिट रहा है जमीन ते। बड़ा इसनूं कष्ट है। लोकी इसकी मदद वास्ते इसके खब्बे सज्जे इसके इर्द गिर्द खड़े ने। वो जिहड़ा वैद बुलाया गया सी वो इसनूं कोई दवाई बूटी दिंदा है। थोड़ी देर तो बाद वो दवाई असर करती है, इसनूं कुछ चैन महसूस होंदी है, कुछ शांत होंदा है। पहलां लिट रहा सी जमीन ते, फिर बैठ जाता है। फिर 2 बंदे सहारा दे के इसनूं खड़ा कर दिंदे हैं। ये आहिस्ता आहिस्ता सड़क तो पार हो जाता है। जिहड़े लोकी इहदा दारू दरमल करने वास्ते इकट्ठे होए सन, वो भी खब्बे सज्जे खिंड जाते हैं, सड़क खाली हो जाती है। चन्ना आके बल्कि सहजादा सिद्धार्थ आके बग्घी विच बैठ जाता है और चन्ना बग्घी अगे तोड़ दिंदा है। फिर प्रश्न करता है सहजादा सिद्धार्थ, चन्ना ये बीमारी भी सिर्फ प्रजा के बंदियां नूं आउंदी है या सारे ही बीमार हुंदे ने? चन्ना फिर कहन लग्या, सरकार ये बीमारी भी किसी का लिहाज नहीं करती, ना गरीब का, ना अमीर का, ना कंगले का, ना पातशाह का। आ देखो सार संग जी आ बीमारी चली है ना संसार ते, इन्हें लिहाज किया है। जिन्हें बहुते अमीर मुल्क उत्थे यदि भयानकता या इसका प्रकोप ज़्यादा देखने को मिलता है। ਜਿਹੜੇ ਬਹੁਤੇ एडवांस कंट्रीज़ ने, ਤੁਸੀਂ इंग्लैंड जाके देख लो, यूरोप ਦੇ ਵਿੱਚ देख लो, नॉर्थ अमेरिका भी जाके देख लो,
ਉੱਥੇ ਲੱਖਾਂ ਦੀ ਗਿਣਤੀ ਵਿੱਚ ਲੋਕੀ ਮਰ ਚੁੱਕੇ ਨੇ ਇਸ ਬਿਮਾਰੀ ਦੇ ਨਾਲ। ਜਿਹੜੇ ਗਰੀਬ ਮੁਲਕ ਨੇ ਉਹਨਾਂ ਨੂੰ ਕਈਆਂ ਨੂੰ ਤੇ ਚੇਤੇ ਵੀ ਨਹੀਂ ਵੀ ਇਹ COVID-19 ਕਿਸ ਬਲਾ ਦਾ ਨਾਮ ਹੈ। ਇਹ ਬਿਮਾਰੀ ਕਿਸੇ ਦਾ ਲਿਹਾਜ਼ ਕਰਦੀ ਹੈ, ਨਾ ਗਰੀਬ ਦਾ ਨਾ ਅਮੀਰ ਦਾ। ਸਰਕਾਰ ਕੋਈ ਬੰਦਾ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਮੈਨੂੰ ਕੋਈ ਰੋਗ ਕੋਈ ਬਿਮਾਰੀ ਨਹੀਂ। ਜੋ ਦੀਸੈ ਸਾਰ ਸੰਗਤ ਗੁਰਬਾਣੀ ਦਾ ਮਤ ਤੇ ਇਹ ਹੈ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਸਾਰਾ ਸੰਸਾਰ ਹੀ ਰੋਗੀ ਹੈ। ਕੋਈ ਜਿਸਮ ਕਰਕੇ ਰੋਗੀ ਹੈ, ਕੋਈ ਮਨ ਕਰਕੇ ਰੋਗੀ ਹੈ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ। ਸੋ ਸਾਰ ਸੰਗਤ ਕਿਸੇ ਨੂੰ ਕੋਈ ਰੋਗ ਕੋਈ ਦੁੱਖ ਹੋਵੇ ਨਾ, ਉਹਦੀ ਨਿਵਰਤੀ ਵਾਸਤੇ ਇਨਸਾਨ ਜਿਹੜੇ ਯਤਨ ਆਪਣੀ ਵੱਲੋਂ ਕਰਦਾ ਹੈ, ਇੱਕ ਤੇ ਯਤਨ ਹੁੰਦੇ ਨੇ ਵੀ ਕਿਸੇ ਦਵਾਈ ਜਾਂ ਕਿਸੇ ਔਸ਼ਧੀ ਦੁਆਰਾ ਉਸ ਰੋਗ ਤੋਂ ਛੁਟਕਾਰਾ ਹਾਸਲ ਕਰਨ ਵਾਸਤੇ ਕੋਈ ਉਪਾਅ ਕੀਤਾ ਜਾਵੇ। ਔਰ ਦੂਸਰੇ ਪਰਮਾਰਥਕ ਨੁਕਤਾ ਨਿਗਾਹ ਤੋਂ ਲੋਕੀ ਤੀਰਥਾਂ ਦਾ ਭ੍ਰਮਣ ਕਰਦੇ ਨੇ, ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦੇ ਨੇ ਵੀ ਸਾਨੂੰ ਦੁੱਖਾਂ ਤੋਂ ਰੋਗਾਂ ਤੋਂ ਨਿਵਰਤੀ ਪ੍ਰਾਪਤ ਹੋ ਜਾਵੇ। ਜੇ ਸਾਰਾ ਸੰਸਾਰ ਰੋਗੀ ਹੈ, ਫਿਰ ਸਤਿਗੁਰੂ ਜੀ ਨੇ ਉਹ ਰੋਗਾਂ ਦੀ ਨਿਵਰਤੀ ਦਾ ਸਾਨੂੰ ਉਪਾਅ ਵੀ ਦੱਸਿਆ ਹੈ। ਸੰਸਾਰ ਰੋਗੀ ਨਾਮ ਦਾਰੂ। ਸਾਰੇ ਰੋਗਾਂ ਦੀ ਨਿਵਰਤੀ ਵਾਸਤੇ ਸਰਬ ਰੋਗ ਕਉ ਔਖਦ ਨਾਮ। ਨਾਮ ਸਾਰੇ ਰੋਗਾਂ ਦੀ ਦਾਰੂ ਹੈ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ। ਇਹਨਾਂ ਰੋਗਾਂ ਦੀ ਨਿਵਰਤੀ ਵਾਸਤੇ ਨਾਮ ਦੀ ਦਾਰੂ, ਪਰਮੇਸ਼ਰ ਦੇ ਨਾਮ ਦਾ ਸਿਮਰਨ, ਇਹ ਸਾਧਨ ਦੁਆਰਾ ਇਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਯਤਨ ਕਰਨਾ, ਜਾਂ ਫਿਰ ਸੱਚਾ ਤੀਰਥ ਗੁਰਮਤਿ ਦੇ ਨੁਕਤਾ ਨਿਗਾਹ ਤੋਂ ਕਿਹੜਾ ਹੈ? ਉਹ ਸਾਧ ਸੰਗਤ ਗੁਰਬਾਣੀ ਇਹ ਸਾਨੂੰ ਸੇਧ ਦਿੰਦੀ ਹੈ, ਸਾਡਾ ਮਾਰਗ ਦਰਸ਼ਨ ਕਰਦੀ ਹੈ। ਗੁਰੂ ਤੀਰਥ ਹੈ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨਹਾਰ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਰਹਿਬਰ ਨੇ। ਜੇ ਆਪਾਂ ਇਹਨਾਂ ਨੂੰ ਤੀਰਥ ਮੰਨੀਏ, ਫਿਰ ਇਸ ਤੀਰਥ ਦਾ ਇਸ਼ਨਾਨ ਕੀ ਹੈ? ਗੁਰੂ ਕੇ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਨਾ, ਗੁਰੂ ਕੇ ਪਵਿੱਤਰ ਉਪਦੇਸ਼ ਨੂੰ ਕੰਨਾਂ ਦੇ ਨਾਲ ਸੁਣਨਾ, ਗੁਰੂ ਕੇ ਉਪਦੇਸ਼ ਨੂੰ ਮਨ ਵਿੱਚ ਭਾਵਨਾ, ਪ੍ਰੇਮ ਔਰ ਸ਼ਰਧਾ ਧਾਰਨ ਕਰਕੇ ਮੰਨ ਲੈਣਾ। ਸੁਣਿਆ ਮੰਨਿਆ ਮਨ ਕੀਤਾ ਭਾਓ। ਫਿਰ ਅੰਦਰ ਤੀਰਥ ਪ੍ਰਗਟ ਹੋ ਜਾਏਗਾ, ਉਹਦੇ ਵਿੱਚ ਇਸ਼ਨਾਨ ਕਰਨਾ। ਅੰਤਰਗਤ ਤੀਰਥ ਮਲਣਾ ਹੋ। ਹਾਂ, ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲੀ ਇਹ ਪਵਿੱਤਰ ਬਾਣੀ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਗੁਰੂ ਕਾ ਵਾਕ, ਗੁਰੂ ਕਾ ਪਵਿੱਤਰ ਉਪਦੇਸ਼, ਗੁਰਵਾਕ ਨਿਰਮਲ ਸਦਾ ਚਾਨਣ। ਉਹ ਸਾਰ ਸੰਗਤ ਇਸ ਪਵਿੱਤਰ ਬਾਣੀ ਦੇ ਨਾਲ ਜੁੜਨਾ ਹੈ ਮਾਨੋ ਸੱਚੇ ਤੀਰਥ ਦਾ ਮੱਜਨ, ਸੱਚੇ ਤੀਰਥ ਦਾ ਇਸ਼ਨਾਨ ਹੈ। ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਨਾ। ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ। ਸਾਚਾ ਨਾਵਣ ਦੀ ਗੁਰ ਕੀ ਸੇਵਾ, ਗੁਰ ਕੀ ਸੇਵਾ। ਸਾਚਾ ਨਾਵਣ ਦੀ ਗੁਰ ਕੀ ਸੇਵਾ, ਗੁਰ ਕੀ ਸੇਵਾ।
फाता ना बुननी गुरु की सेवा गुरु की फाता ना बुननी गुरु की सेवा गुरु की सेवा पूजो राम कहीं देवा पूजो राम कहीं देवा पूजो राम कहीं देवा पूजो राम कहीं देवा फाता ना बुननी गुरु की सेवा गुरु की सेवा फाता ना बुननी गुरु की सेवा गुरु की सेवा हाँ गुरु का शब्द रूपी तीर्थ ਉਹ ਸਾਧ ਸੰਗਤ ਇਹਦੇ ਵਿੱਚ ਇਸ਼ਨਾਨ ਜਾਂ ਇਸ ਸ਼ਬਦ ਦੇ ਨਾਲ ਗੁਰੂ ਕੀ ਪਵਿੱਤਰ ਬਾਣੀ ਦੇ ਨਾਲ ਜੁੜਨਾ ਇਹ ਸੱਚੇ ਤੀਰਥ ਦਾ ਇਸ਼ਨਾਨ ਹੈ ਨਾ ਦੁੱਖਾਂ ਤੋਂ ਰੋਗਾਂ ਤੋਂ ਨਿਵਰਤੀ ਵਾਸਤੇ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ। ਹੁਣ ਸਾਧ ਸੰਗਤ ਸਹਿਜਾਦਾ ਸਿਧਾਰਥ ਉਸ ਬੁੱਢੇ ਸਰੀਰ ਨੂੰ ਵੀ ਦੇਖ ਕੇ ਆਇਆ ਹੈ, ਉਸ ਬਿਮਾਰ ਦੀ ਦਸ਼ਾ ਵੀ ਦੇਖ ਲਈ ਹੈ। ਹੁਣ ਸੋਚਣ ਤੇ ਮਜਬੂਰ ਹੋ ਗਿਆ ਵੀ ਸਰੀਰ ਨੂੰ ਕਦੀ ਬਿਮਾਰੀ ਨੇ ਕਦੀ ਬੁਢੇਪੇ ਨੇ ਆਗਰਸਣਾ ਹੈ। ਤੇ ਨਾ ਇਹ ਸਿਰਫ ਪਰਜਾ ਦੇ ਬੰਦੇ ਹੀ ਬਿਮਾਰ ਹੁੰਦੇ ਨੇ ਜਾਂ ਬਿਮਾਰੀ ਵੀ ਹਰ ਕਿਸੇ ਨੂੰ ਆਉਂਦੀ ਹੈ। ਸਰਕਾਰ ਇਹ ਬਿਮਾਰੀ ਵੀ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਮੈਨੂੰ ਕੋਈ ਰੋਗ ਕੋਈ ਬਿਮਾਰੀ ਨਹੀਂ। ਭਲਾ ਮੰਨ ਲਿਆ ਜਾਵੇ ਕੋਈ ਸਰੀਰ ਕਰਕੇ ਰੋਗ ਹੋਵੇਗਾ, ਪਹਿਲਾਂ ਤਾਂ ਇਹ ਵੀ ਬਹੁਤ ਔਖੀ ਗੱਲ ਹੈ। ਚਲੋ ਮੰਨ ਲਈਏ ਕੋਈ ਸਰੀਰ ਕਰਕੇ ਅਰੋਗ ਹੋਵੇਗਾ, ਫਿਰ ਅੱਗੇ ਸਰੀਰ ਤੋਂ ਬਾਹਰ ਮਨ ਦੀਆਂ ਬਿਮਾਰੀਆਂ ਨੇ। ਜਿਹੜੇ ਜਿਸਮ ਦੇ ਸਰੀਰ ਦੇ ਰੋਗ ਨੇ ਇਹਨਾਂ ਦੀ ਹੱਦ ਵੀ ਸਰੀਰ ਤੱਕ ਹੀ ਹੈ ਔਰ ਸਰੀਰ ਦੇ ਨਾਲ ਹੀ ਇਹ ਖਤਮ ਹੋ ਜਾਂਦੇ ਨੇ। ਪਰ ਜਿਹੜੀਆਂ ਮਨ ਦੀਆਂ ਬਿਮਾਰੀਆਂ ਨੇ ਉਹ ਤੇ ਅੱਗੇ ਜਨਮਾਂਤਰਾਂ ਤੱਕ ਪਿੱਛਾ ਨਹੀਂ ਛੱਡਦੀਆਂ। ਚੰਨਾ ਕਹਿਣ ਲੱਗਾ ਸਰਕਾਰ ਕੋਈ ਦਾਅਵੇ ਨਾਲ ਕਹਿ ਹੀ ਨਹੀਂ ਸਕਦਾ ਕਿ ਮੈਂ ਆਰੋਗ ਹਾਂ। ਬੱਜੀ ਨੂੰ ਵੀ ਦੇਖੋ ਸੰਸਾਰ ਤੇ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋ ਜੋ ਦਿਸੈ ਨੀ ਸੋ ਸੋ ਰੋਗੀ, ਸੋ ਸੋ ਰੋਗੀ। ਜੋ ਜੋ ਦਿਸੈ ਨੀ ਸੋ ਸੋ ਰੋਗੀ, ਸੋ ਸੋ ਰੋਗੀ। ਜੋ ਜੋ ਦਿਸੈ ਨੀ ਸੋ ਸੋ ਰੋਗੀ, ਸੋ ਸੋ ਰੋਗੀ। ਜੋ ਜੋ ਦਿਸੈ ਨੀ ਸੋ ਸੋ ਰੋਗੀ, ਸੋ ਸੋ ਰੋਗੀ। ਸੋ ਸੋ ਰੋਗੀ, ਸੋ ਸੋ ਰੋਗੀ। ਜੋ ਜੋ ਦਿਸੈ ਨੀ ਸੋ ਸੋ ਰੋਗੀ, ਸੋ ਸੋ ਰੋਗੀ।
ਰੋਗ ਰਾਤ ਮੇਰਾ ਸਤਿਗੁਰ ਜੋਗੀ, ਰੋਗ ਰਾਤ ਮੇਰਾ ਸਤਿਗੁਰ ਜੋਗੀ। ਰੋਗ ਰਾਤ ਮੇਰਾ ਸਤਿਗੁਰ ਜੋਗੀ, ਰੋਗ ਰਾਤ ਮੇਰਾ ਸਤਿਗੁਰ ਜੋਗੀ। ਜੋ ਦਿਸਨੀ ਸੋ ਰੋਗੀ, ਸੋ ਰੋਗੀ। ਜੋ ਦਿਸਨੀ ਸੋ ਰੋਗੀ, ਸੋ ਰੋਗੀ। ਸਾਧ ਸੰਗਤ ਇਹ ਨਜ਼ਾਰੇ ਦੇਖ ਕੇ ਸਹਿਜਾਦਾ ਸਿਧਾਰਥ ਦੇ ਮਨ ਵਿੱਚ ਹੁਣ ਕੁਝ ਉਪਰਾਮਤਾ ਪੈਦਾ ਹੋ ਜਾਂਦੀ ਹੈ। ਦੇਖੋ, ਦੁੱਖ ਐਸੀ ਚੀਜ਼ ਹੈ, ਕਿਸੇ ਨੂੰ ਕੋਈ ਦੁੱਖ ਦਾ ਐਕਸਪੀਰੀਅੰਸ ਹੋਇਆ ਹੋਵੇ ਨਾ, ਉਹ ਕਈ ਵਾਰ ਵੈਰਾਗ ਦਾ ਕਾਰਨ ਬਣ ਜਾਂਦਾ। ਜਨਮਾਂਤਰਾਂ ਦੇ ਦੁੱਖਾਂ ਦਾ ਤਜਰਬਾ ਉਹ ਹਿਰਦੇ ਅੰਦਰ ਵੈਰਾਗ ਦ੍ਰਿੜ ਕਰਦਾ ਹੈ। ਦੁੱਖ ਨੂੰ ਆਪਾਂ ਜੇ ਆਪਾਂ ਗੁਰਮਤਿ ਦੇ ਨੁਕਤਾ ਨਿਗਾਹ ਤੋਂ ਦੇਖੀਏ, ਸਾਧ ਸੰਗਤ ਇਸ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਾਰੂ ਵੀ ਕਥਨ ਕੀਤਾ ਹੈ। ਦੁੱਖ ਦਾਰੂ ਸੁਖ ਰੋਗ ਭਇਆ। ਜੇ ਆਪਾਂ ਮੈਡੀਕਲ ਸਾਇੰਸ ਦੇ ਹਿਸਾਬ ਨਾਲ ਦੇਖੀਏ, ਜਿਹੜਾ ਦੁੱਖ ਦਾ ਅਨੁਭਵ ਵੀ ਹੈ ਨਾ, ਇਹ ਵੀ ਬਹੁਤ ਜ਼ਰੂਰੀ ਮੰਨਿਆ ਗਿਆ ਹੈ। ਬਹੁਤ ਸਾਰੇ ਬੰਦਿਆਂ ਨੂੰ ਉਸ ਬਿਮਾਰੀ ਦਾ ਨਾਮ ਤੇ ਮੇਰੇ ਯਾਦ ਨਹੀਂ, ਇੱਕ ਰੋਗ, ਕੋਈ ਐਸੀ ਬਿਮਾਰੀ ਹੁੰਦੀ ਹੈ, ਉਸ ਦੇ ਸਰੀਰ ਦੇ ਕਿਸੇ ਵੀ ਹਿੱਸੇ ਦੇ ਉੱਪਰ ਕੋਈ ਜ਼ਖਮ ਹੋ ਜਾਵੇ ਜਾਂ ਉਸ ਨੂੰ ਕੋਈ ਸੱਟ ਵੱਜੇ, ਉਸ ਨੂੰ ਕੋਈ ਦੁੱਖ ਅਨੁਭਵ ਹੀ ਨਹੀਂ ਹੁੰਦਾ। ਔਰ ਉਸ ਦਾ ਨੁਕਸਾਨ ਇਹ ਹੁੰਦਾ ਹੈ ਕਿ ਜਦੋਂ ਦੁੱਖ ਅਨੁਭਵ ਹੀ ਨਹੀਂ ਹੋਇਆ, ਪਤਾ ਹੀ ਨਹੀਂ ਲੱਗਦਾ ਵੀ ਫਲਾਣੇ ਸਰੀਰ ਦੇ ਅੰਗ 'ਤੇ ਸੱਟ ਵੱਜੀ ਹੈ ਜਾਂ ਕੋਈ ਜ਼ਖਮ ਹੋ ਗਿਆ ਹੈ। ਕਈ ਵਾਰ ਤਾਂ ਜਦੋਂ ਤੱਕ ਪਤਾ ਲੱਗਦਾ ਹੈ ਉਦੋਂ ਤੱਕ ਹਾਲਤ ਬਹੁਤ ਖਰਾਬ ਹੋ ਜਾਂਦੀ ਹੈ। ਕਈਆਂ ਦੇ ਸੱਟ ਵੱਜ ਜਾਂਦੀ ਹੈ, ਕੋਈ ਹੱਡੀ ਟੁੱਟ ਗਈ। ਜਦੋਂ ਉਸਦਾ ਦੁੱਖ ਹੀ ਅਨੁਭਵ ਨਹੀਂ ਹੋਇਆ, ਫਿਰ ਉਹਨੇ ਅੰਦਰ ਤੇ ਸਿਸਟਮ, ਜਿਹੜਾ ਅੰਦਰ ਦਾ ਸਿਸਟਮ ਹੈ, ਉਸ ਨੂੰ ਡੈਮੇਜ ਕਰਨਾ ਹੀ ਕਰਨਾ ਹੈ ਨਾ, ਉਹਦਾ ਤਾਂ ਨੁਕਸਾਨ ਹੋਣਾ ਹੀ ਹੋਣਾ ਹੈ। ਮਿਸਾਲ ਦੇ ਤੌਰ 'ਤੇ ਆਪਣੀਆਂ ਗੱਡੀਆਂ ਦੇ ਵਿੱਚ ਇੰਡੀਕੇਟਰ ਲੱਗੇ ਹੁੰਦੇ ਨੇ ਵਾਰਨਿੰਗ ਦੇਣ ਵਾਸਤੇ। ਜੇ ਕਿਸੇ ਕਾਰਨ ਕਰਕੇ ਉਹ ਇੰਡੀਕੇਟਰ ਬੰਦ ਹੋ ਜਾਵੇ, ਆਪਣੀ ਕਾਰ ਦੇ ਵਿੱਚ ਜਾਂ ਉਸ ਦੇ ਇੰਜਣ ਦੇ ਵਿੱਚ ਕੋਈ ਫਾਲਟ ਹੋਵੇ, ਔਰ ਉਸ ਫਾਲਟ ਨੂੰ ਦੱਸਣ ਵਾਲਾ ਇੰਡੀਕੇਟਰ, ਉਹ ਸਿਗਨਲ ਬੰਦ ਹੋ ਜਾਵੇ, ਉਹ ਸਿਗਨਲ ਬੰਦ ਹੋਣ ਦੇ ਨਾਲ ਇੰਜਣ ਦਾ ਫਾਲਟ ਠੀਕ ਨਹੀਂ ਹੋਇਆ, ਬਲਕਿ ਉਸ ਦਾ ਨੁਕਸਾਨ ਇਹ ਹੋਇਆ ਵੀ ਪਤਾ ਹੀ ਨਹੀਂ ਲੱਗਿਆ। ਜਦੋਂ ਤੱਕ ਪਤਾ ਲੱਗਣਾ ਹੈ, ਉਸਨੇ ਇੰਜਣ ਦਾ ਹੋਰ ਜ਼ਿਆਦਾ ਨੁਕਸਾਨ ਕਰ ਦੇਣਾ। ਇਹ ਤਾਂ ਇੱਕ ਸਾਧਾਰਨ ਜਿਹਾ ਤਰੀਕਾ ਹੈ ਸਮਝਾਉਣ ਦਾ। ਜਦੋਂ ਆਪਣੇ ਸਰੀਰ ਦੇ ਕਿਸੇ ਹਿੱਸੇ ਵਿੱਚ ਦਰਦ ਹੁੰਦਾ ਹੈ, ਇੱਕ ਸਿਗਨਲ ਹੈ ਵੀ ਸਰੀਰ ਦੇ ਫਲਾਣੇ ਅੰਗ ਦੇ ਵਿੱਚ ਜਾਂ ਫਲਾਣੇ ਹਿੱਸੇ ਦੇ ਵਿੱਚ ਕੋਈ ਗੜਬੜ ਹੈ, ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਘਾਟ ਵਾਧ ਆ ਗਈ ਹੈ, ਵੀ ਤੂੰ ਕਿਸੇ ਸਿਆਣੇ ਡਾਕਟਰ ਦੇ ਪਾਸ ਜਾ, ਉਸ ਨੂੰ ਜਾ ਕੇ ਆਪਣੀ ਇਸ ਤਕਲੀਫ ਦੀ ਬਾਬਤ ਦੱਸ, ਉਹ ਤੈਨੂੰ ਕੋਈ ਦਵਾਈ ਦੇ ਦੇਵੇਗਾ, ਉਸ ਦਾ ਸੇਵਨ ਕਰੇਗਾ ਤਾਂ ਤੇਰਾ ਹੋਰ ਨੁਕਸਾਨ ਹੋਣ ਤੋਂ ਬਚ ਜਾਏਗਾ।
ਜੇ ਆਪਾਂ ਨੂੰ ਸਿਗਨਲ ਹੀ ਨਾ ਮਿਲੇ, ਪਤਾ ਹੀ ਨਾ ਲੱਗੇ ਵੀ ਸਰੀਰ ਦੇ ਫਲਾਣੇ ਹਿੱਸੇ ਦੇ ਵਿੱਚ ਕੋਈ ਨੁਕਸ ਪੈ ਗਿਆ ਹੈ, ਫਿਰ ਤਾਂ ਉਹਦਾ ਨੁਕਸਾਨ ਹੋਰ ਵੀ ਜ਼ਿਆਦਾ ਹੈ। ਫਿਰ ਜਿਹੜਾ ਆਪਾਂ ਦੁੱਖ ਅਨੁਭਵ ਕਰਦੇ ਹਾਂ, ਇਸ ਨੂੰ ਕੀ ਕਿਹਾ ਜਾਵੇਗਾ? ਇਸ ਨੂੰ ਆਪਾਂ ਚੰਗੀ ਚੀਜ਼ ਮੰਨਾਂਗੇ ਜਾਂ ਬੁਰੀ? ਇਸ ਨੂੰ ਨੈਗੇਟਿਵਲੀ ਲਵਾਂਗੇ ਜਾਂ ਪੋਜ਼ੀਟਿਵਲੀ? ਉਹ ਸਾਧ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਪੋਜ਼ੀਟਿਵਲੀ ਲੈ ਰਹੇ ਨੇ। ਇਹ ਦੁੱਖ ਤੇ ਦਾਰੂ ਹੈ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਹਾਂ, ਕਈ ਵਾਰ ਦੁੱਖ ਲੱਗਦਾ ਹੈ। ਦੁੱਖ ਤੇ ਕਈ ਵਾਰ ਜੀਵ ਨੂੰ ਬਹੁਤ ਵੱਡੀ, ਬਹੁਤ ਉੱਚੀ ਪਰਮਾਰਥਕ ਸਟੇਜ ਤੱਕ ਪਹੁੰਚਾ ਦਿੰਦਾ ਹੈ। ਇਹਦੇ ਮਨ ਵਿੱਚ ਸੰਸਾਰ ਵੱਲੋਂ ਉਪਰਾਮਤਾ ਪੈਦਾ ਕਰ ਦਿੰਦਾ ਹੈ। ਹੁਣ ਸਾਹਿਬਜ਼ਾਦਾ ਸਿਧਾਰਥ ਨੇ ਸੰਸਾਰ ਦਾ ਅਜੇ ਦੁੱਖ ਦੇਖਿਆ ਹੀ ਹੈ। ਉਹ ਬੁੱਢਾ ਬੰਦਾ ਜਿਸ ਦੀ ਕਮਰ ਕਮਾਣ ਵਾਂਗ ਝੁਕੀ ਹੈ, ਇੱਕ ਇੱਕ ਕਰਮ ਦੇ ਨਾਲ ਕਈ ਕਈ ਡਿਕਡੋਲੇ ਖਾ ਰਿਹਾ ਹੈ, ਹੱਥ ਕੰਬ ਰਹੇ ਨੇ, ਪੈਰ ਛਿੜਕ ਰਹੇ ਨੇ, ਮੂੰਹ ਚੋਂ ਲਾਲਾਂ ਡਿੱਗ ਰਹੀਆਂ ਨੇ, ਅੱਖਾਂ ਚੋਂ ਪਾਣੀ ਵਗ ਰਿਹਾ ਹੈ, ਵਾਲਾਂ ਦਾ ਰੰਗ ਸਫੈਦ ਹੋ ਗਿਆ ਹੈ, ਸਰੀਰ ਬੜਾ ਦੁਬਲਾ, ਬੜਾ ਕਿਰਸ ਪ੍ਰਤੀਤ ਹੋ ਰਿਹਾ ਹੈ। ਉਸਦਾ ਦੁੱਖ ਦੇਖ ਕੇ ਸੋਚਣ ਤੇ ਮਜਬੂਰ ਹੋ ਗਿਆ ਹੈ ਕਿ ਅਖੀਰ ਸਰੀਰ ਦੀ ਇਹ ਦਸ਼ਾ ਵੀ ਹੋ ਜਾਣੀ ਹੈ। ਲਾਹਨਤਾਂ ਪਰ ਇਹੋ ਜਿਹੀ ਕਾਇਆ, ਇਹੋ ਜਿਹੀ ਸੁੰਦਰਤਾ ਨੂੰ। ਦੂਸਰੇ ਦਾ ਰੋਗ ਦੇਖਿਆ, ਉਸਨੂੰ ਲਿਟਦਾ ਦੇਖਿਆ ਜ਼ਮੀਨ ਤੇ, ਉਸਨੂੰ ਪੁਕਾਰਦਾ ਦੇਖਿਆ ਮਦਦ ਵਾਸਤੇ, ਮਨ ਉਪਰਾਮ ਹੋ ਗਿਆ ਵੀ ਸਰੀਰ ਨੂੰ ਇਸ ਤਰ੍ਹਾਂ ਦੇ ਰੋਗ ਵੀ ਆ ਸਕਦੇ ਨੇ, ਸਰੀਰ ਦੀ ਇਹ ਦਸ਼ਾ ਵੀ ਹੋ ਸਕਦੀ ਹੈ। ਉਹ ਸਾਧ ਸੰਗਤ ਇਹ ਸੰਸਾਰ ਦੇ ਦੁੱਖ ਦੇਖ ਕੇ ਸਾਹਿਬਜ਼ਾਦਾ ਸਿਧਾਰਥ ਦੇ ਮਨ ਵਿੱਚ ਉਪਰਾਮਤਾ ਆਉਣੀ ਸ਼ੁਰੂ ਹੋ ਗਈ ਹੈ। ਫਿਰ ਅੱਗੇ ਕਿਵੇਂ ਇਸ ਦਾ ਇਹ ਦੁੱਖ ਦਾਰੂ ਬਣਨਾ ਹੈ, ਇਸ ਪ੍ਰਕਰਨ ਦੀ ਬਾਬਤ ਆਪਾਂ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਭ ਗੁਰਮੁਖ ਮਾਈ ਭਾਈ ਹੁਣ ਗੱਜ ਵੱਜ ਕੇ ਗੁਰੂ ਸਤੋਤਰ ਪੜ੍ਹੋ, ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ, ਫਿਰ ਪੂਰੀ ਸਮਾਪਤੀ ਹੋਣ ਤੋਂ ਬਾਅਦ ਪ੍ਰੇਮ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ। ਤੁਹਾਡੇ ਇਸ ਪੰਡਾਲ ਦੇ ਇਸ ਵਾਰ 4 ਦੀਵਾਨ ਨੇ। ਪਹਿਲਾ ਦੀਵਾਨ ਥੋੜ੍ਹੀ ਦੇਰ ਤੋਂ ਬਾਅਦ ਗੁਰੂ ਮਹਾਰਾਜ ਦੇ ਹੁਕਮਨਾਮੇ ਨਾਲ ਸੰਪੂਰਨ ਹੋ ਜਾਣਾ ਹੈ। 3 ਦੀਵਾਨ ਭਾਈ ਹੋਰ ਬਕਾਇਆ ਨੇ। ਆਉਣ ਵਾਲੇ ਦਿਨਾਂ ਵਿੱਚ ਵੀ ਆਪ ਨੇ ਵਕਤ ਸਿਰ ਪਹੁੰਚ ਕੇ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ, ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਤੋਂ ਲਾਭ ਉਠਾਉਣਾ ਜੀ। ਧਨ ਹੈ, ਧਨ ਹੈ, ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ ਧਨ ਹੈ, ਧਨ ਹੈ, ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ ਧਨ ਹੈ, ਧਨ ਹੈ, ਧਨ ਹੈ ਗੁਰੂ ਅਮਰਦਾਸ ਜੀ, ਧਨ ਹੈ ਧਨ ਹੈ, ਧਨ ਹੈ, ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ ਧਨ ਹੈ, ਧਨ ਹੈ, ਧਨ ਹੈ ਗੁਰੂ ਅਰਜਨ ਸਾਹਿਬ, ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ। धन है धन है गुरु श्री हर राय जी धन है। धन है धन है गुरु श्री हर कृष्ण जी धन है। धन है गुरु तेग बहादुर धन है। धन है गुरु गोबिंद सिंह जी धन है। धन है गुरु ग्रंथ साहिब जी धन है। धन है तेरा पंथ खालसा धन है। सतनाम श्री वाहिगुरु बोल सतनाम श्री वाहिगुरु बोल। वाहिगुरु 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 बोल वाहिगुरु 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 बोल। वाहिगुरु बोलक दे नाडो वाहिगुरु बोलक दे नाडो। वाहिगुरु वाहिगुरु बोल प्यारिया तेरा प्यारा लगेगा बोल प्यारिया। वाहिगुरु वाहिगुरु बोल प्यारिया तेरा कुछ ना लगेगा बोल। वाहिगुरु बोलक दे नाडो सतनाम श्री वाहिगुरु बोल सतनाम श्री वाहिगुरु बोल।
ਸਾਧ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ